ਸਾਰਿਆਂ ਨੂੰ ਸਲਾਮ। ਔਰ ਅੱਜ ਦਾ ਸਬਤ ਦਾ ਦਿਨ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਹੋਵੇ। ਜਿਵੇਂ ਕਿ ਅਸੀਂ ਜਾਣਦੇ ਹਾਂ, ਪਿਛਲੇ ਤੀਸਰਾ ਹਫਤਾ ਅੱਜ ਸਾਡਾ ਹੋ ਗਿਆ ਵਾ, ਅਸੀਂ ਪਰਮੇਸ਼ਵਰ ਦੇ ਵਚਨ ਦੇ ਬਾਰੇ ਸਿੱਖ ਰਹੇ ਹਾਂ, ਵਚਨ ਸਾਂਝਾ ਕਰਨਾ। ਔਰ ਸਾਰਿਆਂ ਤੋਂ ਪਹਿਲਾਂ ਅਸੀਂ ਜਿਹੜਾ ਸਿੱਖਿਆ ਸੀ ਵਚਨ ਸਾਂਝਾ ਕਰਨਾ, ਜਿੰਦਾ ਪਹਿਲਾ ਭਾਗ ਸੀ ਉਹ ਇਹ ਸੀ ਪਰਮੇਸ਼ਵਰ ਦਾ ਵਚਨ ਅਲੱਗ-ਅਲੱਗ ਪ੍ਰਤੀਕ ਦੇ ਤੌਰ ਤੇ ਸਾਨੂੰ ਮਿਲਿਆ। ਉਸ ਤੋਂ ਬਾਅਦ ਦੂਸਰਾ ਭਾਗ ਸੀ ਜਿਹੜਾ ਉਹ ਇਹ ਦੱਸਿਆ ਪਰਮੇਸ਼ਵਰ ਦੇ ਵਚਨ ਦੇ ਵਿੱਚ ਰਚਨਾ ਕਰਨ ਦੀ ਸ਼ਕਤੀ ਹੈ। ਅੱਜ ਜਿਹੜਾ ਉਹਦਾ ਮੇਨ ਟਾਈਟਲ ਆ ਵਚਨ ਸਾਂਝਾ ਕਰਨਾ, ਔਰ ਇਹ ਵਚਨ ਸਾਂਝਾ ਕਰਨਾ ਹੀ ਪਰਮੇਸ਼ਵਰ ਦੇ ਅੱਜ ਵਚਨ ਦੇ ਵਿੱਚੋਂ ਅਸੀਂ ਸਿੱਖਾਂਗੇ ਕਿ ਕਿਸ ਤਰ੍ਹਾਂ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਸਾਂਝਾ ਕਰ ਸਕਦੇ ਹਾਂ। ਤੇ ਜਿਹੜਾ ਵਾ ਇਹ ਤੀਸਰਾ ਤੇ ਫਾਈਨਲ ਪਾਰਟ ਹੈ। ਇਸ ਤੋਂ ਬਾਅਦ ਆਪਾਂ ਕੋਈ ਅਗਲੀ ਚੀਜ਼ ਦੇ ਬਾਰੇ ਸਿੱਖਾਂਗੇ। ਤੇ ਵਚਨ ਸਾਂਝਾ ਕਰਨਾ ਇਹ ਸਾਡਾ ਅੱਜ ਦਾ ਟੌਪਿਕ ਆ, ਔਰ ਅੱਜ ਅਸੀਂ ਇਸੇ ਬਾਰੇ ਹੀ ਸਿੱਖਾਂਗੇ। ਦੱਸਿਆ ਜਾਂਦਾ ਕਿ ਜਦੋਂ ਅਸੀਂ ਗਵਾਹ ਹੁੰਦੇ ਹਾਂ, ਜਦੋਂ ਅਸੀਂ ਕਿਸੇ ਚੀਜ਼ ਦੀ ਗਵਾਹੀ ਦਿੰਦੇ ਹਾਂ, ਅਗਰ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਦੂਸਰਿਆਂ ਤੱਕ ਸੁਣਾਉਂਦੇ ਹਾਂ ਤੇ ਉਦੋਂ ਅਸੀਂ ਕਿਹਦੀ ਗੱਲ ਕਰਦੇ ਹਾਂ? ਪ੍ਰਭੂ ਯਿਸੂ ਮਸੀਹ ਦੀ ਗੱਲ ਕਰਦੇ ਹਾਂ। ਉਦੋਂ ਅਸੀਂ ਆਪਣੇ ਆਪ ਦੀ ਗੱਲ ਨਹੀਂ ਕਰਦੇ। ਮੈਂ ਰਾਤੀ ਦੱਸ ਰਿਹਾ ਸੀ ਕਿ ਜਿਹੜਾ ਤੁਹਾਡਾ ਸਰੀਰ ਪਵਿੱਤਰ ਆਤਮਾ ਦਾ ਮੰਦਰ ਆ, ਔਰ ਇਸ ਸਰੀਰ ਦੇ ਦੁਆਰਾ ਪਰਮੇਸ਼ਵਰ ਦੀ ਮਹਿਮਾ ਕਰੋ। ਤੇ ਅਸੀਂ ਕਿਹਦੀ ਮਹਿਮਾ ਕਰਦੇ ਹਾਂ? ਆਪਣੇ ਆਪ ਦੀ। ਵੇਖਿਆ ਹੀ ਮੈਂ ਹੀ ਕਰ ਸਕਦਾ ਸੀ, ਹੋਰ ਨਹੀਂ ਸੀ ਕੋਈ ਕਰ ਸਕਦਾ। ਇਹ ਮੈਂ ਇਹਨੂੰ ਸਿਖਾਇਆ। ਅਗਰ ਅਸੀਂ ਕਿਸੇ ਨੂੰ ਕੰਮ ਸਿਖਾ ਦਈਏ, ਇਹਨੂੰ ਤਾਂ ਕੋਈ ਪੁੱਛਦਾ ਨਹੀਂ ਸੀ, ਪਰ ਮੈਂ ਇਹਨੂੰ ਕੰਮ ਸਿਖਾਇਆ। ਅਸੀਂ ਆਪਣੇ ਆਪ ਦੀ ਤਾਰੀਫ ਕਰਨ ਲੱਗ ਜਾਂਦੇ ਹਾਂ। ਤੇ ਪਰਮੇਸ਼ਵਰ ਦਾ ਵਚਨ ਦੱਸਦਾ ਵਾ ਕਿ ਬੁੱਧੀਮਾਨ ਆਪਣੀ ਬੁੱਧੀ ਦੇ ਉੱਤੇ ਘਮੰਡ ਨਾ ਕਰੇ, ਔਰ ਪਹਿਲਵਾਨ ਆਪਣੀ ਪਹਿਲਵਾਨੀ ਦੇ ਉੱਤੇ, ਆਪਣੇ ਸਰੀਰ ਦੇ ਉੱਤੇ ਘਮੰਡ ਨਾ ਕਰੇ, ਬਲਕਿ ਇਸ ਗੱਲ ਤੇ ਘਮੰਡ ਕਰੇ ਕਿ ਉਹ ਪਰਮੇਸ਼ਵਰ ਨੂੰ ਜਾਣਦਾ ਵਾ। ਹੁੰਦਾ ਜਿਹੜਾ ਅਸੀਂ ਤੌਰ ਦੇ ਨਾਲ ਆਪਣੀ ਤਾਰੀਫ ਕਰਦੇ ਹਾਂ ਲੋਕਾਂ ਦੇ ਅੱਗੇ ਕਿ ਆ ਮੈਂ ਕੀਤਾ, ਪਰ ਜਦੋਂ ਅਸੀਂ ਗਵਾਹੀ ਦਿੰਦੇ ਹਾਂ ਉਦੋਂ ਅਸੀਂ ਕਿਹਦੀ ਤਾਰੀਫ ਕਰਦੇ ਹਾਂ? ਪਰਮੇਸ਼ਵਰ ਦੀ ਤਾਰੀਫ ਕਰਦੇ ਹਾਂ, ਪਰਮੇਸ਼ਵਰ ਦੇ ਕੰਮਾਂ ਦੀ ਤਾਰੀਫ ਕਰਦੇ ਹਾਂ। ਪਰ ਜਦੋਂ ਬਾਈਬਲ ਦੇ ਵਿੱਚ ਅਸੀਂ ਪੜ੍ਹਦੇ ਹਾਂ ਤੇ ਜਿੰਨਾ ਚਿਰ ਸਾਨੂੰ ਬਾਈਬਲ ਦੀ ਕੋਈ ਗਿਆਨ ਨਹੀਂ ਆ, ਬਾਈਬਲ ਦਾ ਸਮਝ ਨਹੀਂ ਆ, ਤੇ ਅਸੀਂ ਕਿਸ ਤਰ੍ਹਾਂ ਕਿਸੇ ਨੂੰ ਪਰਮੇਸ਼ਵਰ ਦੇ ਜੀਵਨ ਦੀ ਗਵਾਹੀ ਦੇ ਸਕਦੇ ਹਾਂ? ਕਿਸ ਤਰ੍ਹਾਂ ਅਸੀਂ ਜਿਹੜਾ ਵਾ ਉਹ ਕਿਸੇ ਨੂੰ ਗਵਾਹੀ ਦੇ ਸਕਦੇ ਹਾਂ ਜਿੰਨਾ ਚਿਰ ਸਾਨੂੰ ਬਾਈਬਲ ਨਹੀਂ ਪਤਾ, ਅਸੀਂ ਪੜ੍ਹੀ ਨਹੀਂ ਆ, ਸਾਡੇ ਕੋਲ ਬਾਈਬਲ ਹੈ ਹੀ ਨਹੀਂ। ਅਸੀਂ ਕਿਵੇਂ ਕਿਸੇ ਨੂੰ ਪਰਮੇਸ਼ਵਰ ਦਾ ਵਚਨ ਸੁਣਾ ਸਕਦੇ ਹਾਂ? ਤੇ ਜਦੋਂ ਵੇਖਿਆ ਜਾਵੇ ਬਹੁਤ ਸਾਰੇ ਜਿਹੜੇ ਆ ਧਰਮ ਗੁਰੂ ਜਿਹੜੇ ਆ, ਇਹਨਾਂ ਨੇ ਪਰਮੇਸ਼ਵਰ ਦੇ ਵਚਨਾਂ ਨੂੰ ਪੜ੍ਹਿਆ, ਪਰਮੇਸ਼ਵਰ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ, ਔਰ ਪਰਮੇਸ਼ਵਰ ਦੀ ਸਿੱਖਿਆ ਜਿਹੜੀ ਆ ਉਹ ਲਈ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਆ ਹਿਸਟਰੀ ਪੜ੍ਹ ਕੇ, ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਉਹਨਾਂ ਨੇ ਕਿਤਾਬਾਂ ਪੜ੍ਹ ਕੇ, ਬਾਈਬਲ ਨੂੰ ਪੜ੍ਹ ਕੇ, ਅਲੱਗ-ਅਲੱਗ ਟਰਾਂਸਲੇਟ ਦੇ ਵਿੱਚ ਜਦੋਂ ਪੜ੍ਹ ਕੇ ਇਹਨਾਂ ਨੇ ਪਰਮੇਸ਼ਵਰ ਦੇ ਵਚਨ ਦੀ ਜਦੋਂ ਸਿੱਖਿਆ ਲਈ। ਪਰ ਬਹੁਤ ਸਾਰੇ ਲੋਕ ਕਿਤੇ ਨਾ ਕਿਤੇ ਜਿਹੜੀ ਪ੍ਰਾਥਮਿਕ ਸਿੱਖਿਆ ਸੀ, ਜਿਸ ਸਿੱਖਿਆ ਤੇ ਪਰਮੇਸ਼ਵਰ ਨੇ ਪਹਿਲ ਦਿੱਤੀ ਸੀ, ਉਸ ਤੋਂ ਵਾਂਝੇ ਰਹਿ ਗਏ। ਉਹ ਚੀਜ਼ ਸਮਝ ਹੀ ਨਹੀਂ ਪਾਏ ਕਿ ਪਰਮੇਸ਼ਵਰ ਨੇ ਸਾਡੇ ਜੀਵਨ ਦੇ ਵਿੱਚ ਸਾਨੂੰ ਸਾਰਿਆਂ ਤੋਂ ਪਹਿਲਾ ਕੰਮ ਕਿਹੜਾ ਦਿੱਤਾ ਵਾ। ਤੇ ਜਿਹੜਾ ਸਾਡੇ ਜੀਵਨ ਦੇ ਵਿੱਚ ਸਾਰਿਆਂ ਤੋਂ ਪਹਿਲਾ ਕੰਮ ਆ ਉਹ ਆ ਪਰਮੇਸ਼ਵਰ ਦਾ ਵਚਨ ਜਿਹੜਾ ਵਾ ਸਾਂਝਾ ਕਰਨਾ, ਪਰਮੇਸ਼ਵਰ ਦੇ ਵਚਨ ਦੇ ਬਾਰੇ ਦੂਸਰਿਆਂ ਨੂੰ ਦੱਸਣਾ। ਤੇ ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਦੇ ਬਾਰੇ ਕਿਸੇ ਨੂੰ ਗੱਲ ਕਰਦੇ ਹਾਂ, ਪਰਮੇਸ਼ਵਰ ਦੇ ਵਚਨ ਦੇ ਬਾਰੇ ਕਿਸੇ ਨੂੰ ਦੱਸਦੇ ਹਾਂ, ਤੇ ਪਰਮੇਸ਼ਵਰ ਦਾ ਜਿਹੜਾ ਪਹਿਲਾ ਜਿਹੜਾ ਕੰਮ ਨੂੰ ਪਰਮੇਸ਼ਵਰ ਨੇ ਦਿੱਤੀ, ਅਗਰ ਅਸੀਂ ਕਿਸੇ ਨੂੰ ਦੱਸਦੇ ਹਾਂ ਤੇ ਸਾਡਾ ਹਰ ਵਾਰੀ ਇਹ ਮਤਲਬ ਨਹੀਂ ਹੋਣਾ ਚਾਹੀਦਾ ਕਿ ਮੈਂ ਸਹੀ ਹਾਂ ਤੇ ਸਾਹਮਣੇ ਵਾਲਾ ਗਲਤ। ਅਸੀਂ ਇਹ ਸਬੂਤ ਨਹੀਂ ਦੇਣਾ, ਤੇ ਨਾ ਹੀ ਕਿਸੇ ਨੂੰ ਇਹ ਦਿਖਾਉਣਾ ਵਾ ਕਿ ਮੈਂ ਹੀ ਸਹੀ ਹਾਂ, ਮੈਨੂੰ ਹੀ ਜ਼ਿਆਦਾ ਆਉਂਦਾ ਵਾ, ਇਹ ਤੇ ਐਵੇਂ ਹੀ ਆ, ਅਗਲੇ ਨੂੰ ਵੀ ਆਉਂਦਾ ਵਾ। ਪਰ ਅਗਰ ਨਹੀਂ ਵੀ ਆਉਂਦਾ ਤੇ ਸਾਡੇ ਜਿਹੜਾ ਮਨ ਦੇ ਵਿੱਚ ਜਦੋਂ ਅਸੀਂ ਕਿਸੇ ਨੂੰ ਵਚਨ ਸੁਣਾਉਣਾ ਵਾ ਤੇ ਮੈਨੂੰ ਪਰਮੇਸ਼ਵਰ ਦਾ ਵਚਨ ਆਉਂਦਾ ਵਾ, ਅਗਲੇ ਵਾਲੇ ਨੂੰ ਨਹੀਂ ਆਉਂਦਾ, ਤੇ ਅਸੀਂ ਉਹਨੂੰ ਗਲਤ ਸਾਬਿਤ ਨਹੀਂ ਕਰਨਾ। ਸਾਡੀ ਗੱਲਬਾਤ ਦੇ ਵਿੱਚ ਪ੍ਰਭੂ ਯਿਸੂ ਮਸੀਹ ਪਰਮੇਸ਼ਵਰ ਸਾਡੀ ਗੱਲਬਾਤ ਦੇ ਵਿੱਚ ਹੋਣਾ ਚਾਹੀਦਾ ਵਾ। ਅਗਰ ਸਾਡੀ ਗੱਲਬਾਤ ਦੇ ਵਿੱਚ ਪਰਮੇਸ਼ਵਰ ਨਹੀਂ ਆ ਤੇ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਤੇ ਅਗਲਾ ਸਾਨੂੰ ਦੋਸ਼ੀ ਠਹਿਰਾ ਦੇਗਾ, ਤੂੰ ਹੁੰਦਾ ਕੌਣ ਹੈ ਮੈਨੂੰ ਇਹ ਗੱਲ ਕਹਿਣ ਵਾਲਾ।
ਤੇ ਜਦੋਂ ਅਸੀਂ ਕਿਸੇ ਨਾਲ ਵੀ ਗੱਲ ਕਰਾਂਗੇ ਤੇ ਅਗਰ ਪਰਮੇਸ਼ਵਰ ਦਾ ਵਚਨ ਪ੍ਰਭੂ ਯਿਸੂ ਮਸੀਹ ਸਾਡੇ ਵਿੱਚ ਹੈ ਤਾਂ ਅਸੀਂ ਕਿਸੇ ਨਾਲ ਆਸਾਨੀ ਨਾਲ ਗੱਲ ਕਰ ਸਕਦੇ। ਭਾਈ ਸਨੀ ਦੇ ਪੜੋਸੀ ਜਿਹੜੇ ਆ ਇਹਨਾਂ ਨਾਲ ਗੱਲ ਕਰਦੇ ਆ, ਔਰ ਜਦੋਂ ਇਹਨਾਂ ਨੇ ਬਾਈਬਲ ਦੇ ਵਿੱਚ ਜਵਾਬ ਦਿੱਤਾ ਤੇ ਉਹ ਆਦਮੀ ਪਰਮੇਸ਼ਵਰ ਨੂੰ ਮੰਨਣ ਵਾਲਾ ਹੈ ਔਰ ਕਾਫੀ ਚਿਰ ਤੋਂ ਜਿਹੜਾ ਵਾ ਪਰਮੇਸ਼ਵਰ ਦੇ ਨਾਲ ਜੁੜਿਆ ਹੋਇਆ ਹੈ, ਵਚਨਾਂ ਨੂੰ ਸੁਣਦਾ ਹੈ, ਵਚਨਾਂ ਨੂੰ ਗ੍ਰਹਿਣ ਕਰਦਾ ਹੈ, ਸੰਗਤ ਦੇ ਵਿੱਚ ਜਾਂਦਾ ਹੈ। ਉਹ ਅਲੱਗ ਗੱਲ ਹੈ ਵੀ ਇਸ ਜਗ੍ਹਾ ਤੇ ਨਹੀਂ ਆਉਂਦਾ। ਪਰ ਜਦੋਂ ਇਹਨਾਂ ਨੇ ਉਸ ਆਦਮੀ ਨੂੰ, ਉਸ ਭਾਈ ਨੂੰ ਪਰਮੇਸ਼ਵਰ ਦੇ ਵਚਨ ਦੀਆਂ ਗੱਲਾਂ ਚੱਲ ਰਹੀਆਂ ਸੀ, ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਜਦੋਂ ਇਹਨਾਂ ਨੇ ਬਾਈਬਲ ਦਾ ਰੈਫਰੈਂਸ ਦੇ ਕੇ ਦੱਸਿਆ ਵੀ ਆਹ ਪੜ੍ਹ ਇੱਥੇ ਕੀ ਲਿਖਿਆ, ਤਾਂ ਉਹਦਾ ਜਵਾਬ ਪਤਾ ਕੀ ਸੀ? ਬਾਈਬਲ 'ਚੋਂ ਮੇਰੇ ਨਾਲ ਗੱਲ ਨਾ ਕਰੋ, ਬਾਈਬਲ 'ਚੋਂ ਨਾ ਗੱਲ ਕਰੋ, ਸਿੱਧੀ ਵੈਸੇ ਹੀ ਗੱਲ ਕਰੋ। ਤੇ ਵੈਸੇ ਗੱਲ ਸਾਡਾ ਕਰਨ ਦਾ ਕੋਈ ਤੁੱਕ ਬਣਦਾ? ਜਿਹੜੀ ਬਾਣੀ ਦੇ ਵਿੱਚ ਲਿਖਿਆ ਹੈ ਅਸੀਂ ਉਹ ਗੱਲ ਹੀ ਨਾ ਕਰੀਏ ਤੇ ਫਿਰ ਸਾਡਾ ਫालतू ਗੱਲਾਂ ਕਰਨ ਦਾ ਕੀ ਫਾਇਦਾ? ਤੇ ਸਾਡਾ ਕੰਮ ਆ ਪਰਮੇਸ਼ਵਰ ਦਾ ਵਚਨ ਸਾਂਝਾ ਕਰਨਾ ਔਰ ਪਰਮੇਸ਼ਵਰ ਨੂੰ ਪ੍ਰਗਟ ਕਰਨਾ। ਉੱਥੇ ਆਪਣੇ ਆਪ ਨੂੰ ਪ੍ਰਗਟ ਕਰਨਾ ਸਾਡਾ ਕੰਮ ਨਹੀਂ ਆ। ਬਹੁਤ ਸਾਰੇ ਲੋਕ ਕਹਿ ਦਿੰਦੇ ਵੀ ਆ ਮੈਂ ਕਰ ਦਿੱਤਾ, ਮੈਂ ਕਰਤਾ। ਕੋਈ ਭਾਈ ਅਗਰ ਚੰਗਾ ਹੋ ਜਾਏ, ਜਿਵੇਂ ਸਾਡੇ ਅੰਕਲ ਜੀ ਅੱਜ ਆਏ ਨਹੀਂਗੇ, ਉਹਨਾਂ ਨੂੰ ਅਗਰ ਜਿਵੇਂ ਪਰਮੇਸ਼ਵਰ ਦੇ ਅਸੀਂ, ਸਾਡਾ ਕੰਮ ਹੈ ਪ੍ਰਾਰਥਨਾ ਕਰਨਾ, ਮਾਲੀ ਦਾ ਕੰਮ ਪਾਣੀ ਲਾਉਣਾ ਤੇ ਫਲ ਲਾਉਣਾ ਕਿਹਦਾ ਕੰਮ ਆ? ਮਾਲਕ ਦਾ। ਤੇ ਮਾਲੀ ਦਾ ਕੰਮ ਸੀ ਪਾਣੀ ਲਾਉਣਾ, ਸਾਡਾ ਕੰਮ ਸੀ ਪ੍ਰਾਰਥਨਾ ਕਰਨਾ। ਅਸੀਂ ਪ੍ਰਾਰਥਨਾ ਕੀਤੀ, ਮਾਲਕ ਨੇ ਫਲ ਦਿੱਤਾ, ਉਹ ਬਿਲਕੁਲ ਅੰਕਲ ਚੰਗਾ ਹੋ ਗਿਆ। ਤੇ ਇਹਦੇ 'ਚ ਹੁਣ ਮੈਂ ਤਾਂ ਨਹੀਂ ਨਾ ਕਹਿ ਸਕਦਾ ਵੀ ਮੈਂ ਚੰਗਾ ਕੀਤਾ ਵਾ। ਮੈਂ ਕੌਣ ਆ? ਅਗਰ ਮੇਰੇ ਅੰਦਰੋਂ ਮੇਰੀ ਪ੍ਰਾਰਥਨਾ ਕੱਢ ਦੋ, ਅਗਰ ਮੇਰੇ ਅੰਦਰੋਂ ਮੇਰੇ ਉਪਵਾਸ ਜਿਹੜੇ ਮੈਂ ਰੱਖਦਾ ਮੈਂ ਕੱਢ ਦਈਏ, ਅਗਰ ਮੇਰੇ ਅੰਦਰੋਂ ਪਰਮੇਸ਼ਵਰ ਦਾ ਵਚਨ ਕੱਢ ਦਿੱਤਾ ਜਾਵੇ, ਅਗਰ ਮੇਰੇ ਅੰਦਰੋਂ ਪਰਮੇਸ਼ਵਰ ਦੀ ਦਇਆ ਕੱਢ ਦਿੱਤੀ ਜਾਵੇ ਤਾਂ ਮੈਂ ਕੌਣ ਆ? ਹੋ ਸਕਦਾ ਇਸ ਦੁਨੀਆ ਦਾ ਸਭ ਤੋਂ ਬੁਰਾ ਆਦਮੀ ਮੈਂ ਹੋਵਾਂ। ਤੇ ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਅਸੀਂ ਆਪਣੇ ਹਰ ਗੱਲਬਾਤ ਦੇ ਹਰ ਪਹਿਲੂ ਦੇ ਵਿੱਚ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਜਿਹੜਾ ਵਾ ਉਹ ਪਹਿਲ ਦਿੰਦੇ ਆ, ਪ੍ਰਭੂ ਯਿਸੂ ਮਸੀਹ ਨੂੰ ਸਾਡੀ ਗੱਲਬਾਤ ਦੇ ਵਿੱਚੋਂ ਦਿਖਾਉਂਦੇ ਆ, ਤੇ ਉਦੋਂ ਕੀ ਆ? ਅਸੀਂ ਪਰਮੇਸ਼ਵਰ ਦੇ ਗਵਾਹ ਹੁੰਦੇ ਆ। ਉਦੋਂ ਅਸੀਂ ਪਰਮੇਸ਼ਵਰ ਦਾ ਵਚਨ ਸਾਂਝਾ ਕਰਨ ਵਾਲੇ ਹੁੰਦੇ ਆ। ਹੁਣ ਸਵਾਲ ਇਹ ਕਿ ਵਚਨ ਸਾਂਝਾ ਕਿਉਂ ਕਰਨਾ ਸੀ? ਕਿਉਂ ਦੱਸਣਾ ਵਾ ਲੋਕਾਂ ਨੂੰ ਪਰਮੇਸ਼ਵਰ ਦਾ ਵਚਨ? ਕੋਈ ਦੱਸ ਸਕਦਾ ਵੀ ਅਸੀਂ ਵਚਨ ਕਿਉਂ ਦਸੀਏ? ਹਾਂਜੀ ਪ੍ਰਵੇਸ਼, ਤਾਂ ਕਿ ਪਰਮੇਸ਼ਵਰ ਦੇ ਨਾਮ ਨੂੰ ਵਡਿਆਈ ਮਿਲੇ। ਹਾਂਜੀ ਭੈਣ ਮੈਨੂੰ, ਹਾਂਜੀ ਭੈਣ ਜੀ, ਕਿਉਂ ਅਸੀਂ ਪਰਮੇਸ਼ਵਰ ਦਾ ਵਚਨ ਦਸੀਏ? ਹਾਂਜੀ ਭਾਈ ਸਨੀ ਜੀ, ਹਾਂਜੀ ਸਰ ਜੀ, ਦੱਸ ਸਕਦੇ ਜੀ ਸਾਨੂੰ ਕਿਉਂ ਪਰਮੇਸ਼ਵਰ ਦਾ ਵਚਨ ਜਿਹੜਾ ਵਾ ਉਹ ਸੁਣਾਉਣਾ ਚਾਹੀਦਾ? शब्द के अंदर की एनर्जी है जी, ताकत है, जो प्रेषित हो रहे हैं। हाँ जी, हाँ जी, सुना रहे हैं, उसे सुन रहे हैं जी। ਉਹਦੇ ਤਾਰ ਜੁੜ ਰਹੀ ਹੈ। ਸ਼ਬਦ ਦੇ ਦੁਆਰਾ ਹੀ ਸਾਡੀ ਜਿਹੜੀ ਆ એનર્ਜੀ ਸਾਨੂੰ ਮਿਲਦੀ ਆ। ਸ਼ਬਦ ਦੇ ਦੁਆਰਾ ਹੀ ਸਾਡਾ ਜੀਵਨ ਦੇ ਵਿੱਚ ਜਿਹੜੇ ਚਮਤਕਾਰ ਹੁੰਦੇ ਆ। ਇੱਕ ਗੀਤ ਵੀ ਹੈਗਾ, ਸ਼ਬਦ ਬਿਨਾ ਰੂਹ ਹੈ ਮੋਈ, ਹੈ ਨਾ ਜੀ। ਸਾਡੇ YouTube ਚੈਨਲ ਦੇ ਉੱਤੇ ਹੈਗਾ, ਮਸੀਹ ਸੈਟਅਪ ਦੇ ਉੱਤੇ ਹੈਗਾ, ਤੁਸੀਂ ਵੇਖਣਾ ਚਾਹੋ ਤੇ ਵੇਖ ਸਕਦੇ ਜੇ। ਸ਼ਬਦ ਬਿਨਾ ਰੂਹ ਹੈ ਮੋਈ, ਬਹੁਤ ਜਿਹੜੀਆਂ ਚੀਜ਼ਾਂ ਦੱਸੀਆਂ। ਆਦਿ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਵਰ ਦਾ ਸੰਗ ਸੀ, ਉਹੀ ਸ਼ਬਦ ਦੇਹਧਾਰੀ ਹੋ ਕੇ ਧਰਤੀ ਦੇ ਉੱਤੇ ਆਇਆ। ਤੇ ਜਦੋਂ ਸਾਡੇ ਕੋਲੇ ਕੋਈ ਅੱਛੀ ਖਬਰ ਹੁੰਦੀ ਆ, ਮੇਰੀ ਥਿੰਕਿੰਗ ਆ ਜਿਹੜੀ, ਜਦੋਂ ਸਾਡੇ ਕੋਲੇ ਕੋਈ ਚੰਗੀ ਖਬਰ ਹੁੰਦੀ ਆ, ਜਦੋਂ ਸਾਡੇ ਕੋਲੇ ਬਹੁਤ ਖੁਸ਼ੀ ਵਾਲੀ ਖਬਰ ਹੁੰਦੀ ਆ, ਅਸੀਂ ਕਿਸੇ ਨੂੰ ਸੁਣਾਏ ਬਗੈਰ ਨਹੀਂ ਰਹਿ ਸਕਦੇ, ਰਿਹਾ ਹੀ ਨਹੀਂ ਜਾਂਦਾ। ਔਰ ਚੰਗੀ ਖਬਰ ਅਸੀਂ ਆਪਣੇ ਮਨ ਦੇ ਵਿੱਚ, ਆਪਣੇ ਅੰਦਰ ਹੀ ਦੱਬ ਕੇ ਨਹੀਂ ਰੱਖ ਸਕਦੇ। ਚੰਗੀ ਖਬਰ ਅਸੀਂ ਲੋਕਾਂ ਨੂੰ ਫੱਟ ਦੇਣੇ ਤੇ ਜਾ ਕੇ ਸੁਣਾਉਂਦੇ ਆ, ਜਿੰਨਾ ਮਰਜ਼ੀ ਢੱਕ ਲਓ, ਸਾਡੇ ਕੋਲ ਰਿਹਾ ਨਹੀਂ ਜਾਂਦਾ। ਔਰ ਚੰਗੀ ਖਬਰ ਜਿਹੜੀ ਆ ਉਹ ਹਮੇਸ਼ਾ ਸਾਂਝੀ ਕਰਨ ਵਾਸਤੇ ਹੀ ਹੁੰਦੀ ਆ, ਹਮੇਸ਼ਾ ਸਾਂਝੀ ਕਰਨ ਵਾਸਤੇ ਹੁੰਦੀ ਆ। ਤੇ ਅਸੀਂ ਆਪਣੇ ਜੀਵਨ ਦੇ ਉਸ ਸਮੇਂ ਦੇ ਬਾਰੇ ਅਗਰ ਧਿਆਨ ਮਾਰੀਏ, ਜਦੋਂ ਅਸੀਂ ਪਹਿਲੀ ਵਾਰੀ ਖੁਸ਼ੀ ਦੇ ਨਾਲ ਆਨੰਦਿਤ ਹੋਏ, ਜਾਂ ਫਿਰ ਜਿੰਨੀ ਵਾਰੀ ਵੀ ਅਸੀਂ ਪਰਮੇਸ਼ਵਰ ਦੇ ਵਿੱਚ ਜਾਂ ਕਿਸੇ ਵੀ ਖੁਸ਼ੀ ਦੇ ਵਿੱਚ ਅਸੀਂ ਜ਼ਿਆਦਾ ਹੀ ਖੁਸ਼ ਹੋਇਆ, ਖੁੱਲੇ ਨਹੀਂ ਸਮਾਏ, ਤੇ ਉਸ ਖੁਸ਼ੀ ਤੇ ਅਗਰ ਨਿਗਾਹ ਮਾਰੀਏ ਤੇ ਅਸੀਂ ਉਸ ਖੁਸ਼ੀ ਨੂੰ ਕਿਸੇ ਦੇ ਨਾਲ ਇਹ ਨਹੀਂ ਹੋਇਆ ਕਿ ਅਸੀਂ ਸਾਂਝਾ ਨਹੀਂ ਕਰ ਸਕੇ। ਇਹ ਹੋ ਸਕਦਾ ਕਿ ਉਦੋਂ ਸਾਡੇ ਵਿਆਹ ਦਾ ਦਿਨ ਹੋਵੇ, ਇਹ ਹੋ ਸਕਦਾ ਹੈ ਉਦੋਂ ਸਾਨੂੰ ਨਵੀਂ ਨੌਕਰੀ ਮਿਲੀ ਹੋਵੇ, ਇਹ ਹੋ ਸਕਦਾ ਹੈ ਕਿ ਉਦੋਂ ਸਾਡੇ ਘਰੇ ਕਿਸੇ ਬੱਚੇ ਨੇ ਜਨਮ ਲਿਆ ਹੋਵੇ, ਔਰ ਜਾਂ ਸਾਡੀ ਨੌਕਰੀ ਮਿਲੀ ਹੋਵੇ ਸਾਨੂੰ, ਜਾਂ ਕੋਈ ਅਸੀਂ ਕੋਈ ਨਵਾਂ ਵਹੀਕਲ ਖਰੀਦਿਆ ਹੋਵੇ, ਉਹ ਸਾਡੀ ਖੁਸ਼ੀ ਸਾਡੇ ਕੋਲ ਸਾਂਭੀ ਨਹੀਂ ਜਾਂਦੀ।
ਔਰ ਅਸੀਂ ਕੀ ਕਰਦੇ ਹਾਂ, ਇਹੋ ਹੀ ਖੁਸ਼ੀ ਦੂਸਰਿਆਂ ਤੱਕ ਪਹੁੰਚਾਉਂਦੇ ਹਾਂ। ਇਹ ਸਾਨੂੰ ਉਤਸ਼ਾਹ ਮਿਲਦਾ ਵਾ, ਸਾਨੂੰ ਇੱਕ ਅਲੱਗ ਜਿਹੀ ਖੁਮਾਰੀ ਚੜ੍ਹਦੀ ਹੈ ਕਿ ਅਸੀਂ ਦੂਸਰਿਆਂ ਨੂੰ ਦੱਸੀਏ। ਤੇ ਜਦੋਂ ਖੁਸ਼ੀ ਦਾ ਵਚਨ ਜਿਹੜਾ ਵਾ ਸਾਡੇ ਕੋਲ ਆਉਂਦਾ ਵਾ ਤੇ ਅਸੀਂ ਦੂਸਰਿਆਂ ਨੂੰ ਦੱਸਦੇ ਹਾਂ। ਤੇ ਇਸ ਤੋਂ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਆ ਕਿ ਅਸੀਂ ਜਿਹੜੇ ਆ ਪਹਿਲਾਂ ਦੁਖੀ ਸੀ ਤੇ ਅੱਜ ਚੰਗੇ ਹੋ ਗਏ ਆ। ਪਹਿਲਾਂ ਸਾਡੀ ਜੇਬ 'ਚ ਕੁਝ ਨਹੀਂ ਸੀ ਟਿਕਦਾ, ਅੱਜ ਸਾਡੀਆਂ ਜੇਬਾਂ ਜਿਹੜੀਆਂ ਵਾ ਜਿੰਨੀ ਸਾਨੂੰ ਜ਼ਰੂਰਤ ਆ ਭਰੀਆਂ ਰਹਿੰਦੀਆਂ ਨੇ। ਪਹਿਲਾਂ ਸਾਡਾ ਪਤਾ ਹੀ ਨਹੀਂ ਸੀ ਲੱਗਦਾ ਖਰਚਾ ਜਾਂਦਾ ਕਿੱਧਰ ਆ, ਅੱਜ ਸਾਡੇ ਨਜਾਇਜ਼ ਖਰਚੇ ਬੰਦ ਹੋ ਗਏ। ਇਸ ਤੋਂ ਵੱਡੀ ਖੁਸ਼ੀ ਤਾਂ ਕੋਈ ਨਹੀਂ ਨਾ ਅੰਕਲ ਜੀ। ਔਰ ਇਹ ਖੁਸ਼ੀਆਂ ਜਿਹੜੀਆਂ ਨੇ ਅਸੀਂ ਦੂਸਰਿਆਂ ਨੂੰ ਜਦੋਂ ਇਹਦੇ ਵਾਸਤੇ ਕਿਸੇ ਨੂੰ ਦੱਸਣ ਦੇ ਵਾਸਤੇ, ਇਹ ਖੁਸ਼ੀਆਂ ਦੱਸਣ ਦੇ ਵਾਸਤੇ ਅਸੀਂ ਆਪਣਾ ਇੰਤਜ਼ਾਰ ਨਹੀਂ ਕਰ ਸਕਦੇ ਕਿ ਇੱਕ ਸਮਾਂ ਆਏਗਾ ਤੇ ਮੈਂ ਉਦੋਂ ਜਾ ਕੇ ਦੱਸਾਂਗਾ। ਹੋਇਆ ਕਦੀ ਇਸ ਤਰ੍ਹਾਂ ਤੁਹਾਨੂੰ ਫੁੱਲ ਤੋਂ ਫੁੱਲ ਖੁਸ਼ੀ ਹੋਵੇ, ਬਹੁਤ ਜ਼ਿਆਦਾ ਖੁਸ਼ੀ ਹੋਵੇ ਔਰ ਤੁਸੀਂ ਆਖੋ ਨਹੀਂ ਅਜੇ ਸਮਾਂ ਨਹੀਂ ਆਇਆ, ਮੈਂ ਥੋੜੀ ਦੇਰ ਬਾਅਦ ਦੱਸਾਂਗਾ, ਉਦੋਂ ਦੱਸਾਂਗਾ ਮੈਂ। ਹੋਇਆ ਕਦੀ ਇਸ ਤਰ੍ਹਾਂ ਕਿ ਸਾਨੂੰ ਖੁਸ਼ੀ ਹੋਵੇ ਅਸੀਂ ਵੇਟ ਕਰੀਏ ਵੀ ਨਹੀਂ ਕਿਸੇ ਸ਼ੁਭ ਜਿਹੜਾ ਸਮੇਂ ਦਾ ਇੰਤਜ਼ਾਰ ਕਰੀਏ? ਨਹੀਂ, ਕਦੀ ਨਹੀਂ ਹੋਇਆ। ਅਸੀਂ ਕੀ ਆ ਤੁਰੰਤ ਹੀ ਉਸ ਖੁਸ਼ੀ ਨੂੰ ਜਿਹੜਾ ਵਾ ਉਹ ਦੂਸਰਿਆਂ ਦੇ ਨਾਲ ਸਾਂਝਾ ਕਰਦੇ ਹਾਂ। ਲੇਕਿਨ ਪੂਰੇ ਬ੍ਰਹਮੰਡ ਦੇ ਅੰਦਰ, ਪੂਰੀ ਦੁਨੀਆ ਦੇ ਅੰਦਰ ਸਭ ਤੋਂ ਜਿਹੜੀ ਖੁਸ਼ਖਬਰੀ ਦੀ ਗੱਲ ਆ ਉਹ ਪ੍ਰਭੂ ਯਿਸੂ ਮਸੀਹ ਦੇ ਜੀਵਨ ਦੀ ਕਹਾਣੀ ਆ। ਪ੍ਰਭੂ ਯਿਸੂ ਮਸੀਹ ਦੇ ਜੀਵਨ ਦੀ ਕਹਾਣੀ ਕਿਸ ਤਰ੍ਹਾਂ ਖੁਸ਼ਖਬਰੀ ਹੋ ਸਕਦੀ ਆ? ਕਿਉਂਕਿ ਜਿਹੜਾ ਵਾ ਆਪਾਂ ਗੱਲ ਕਰਦੇ ਆ ਸ਼ਬਦ ਦੇ ਬਾਰੇ, ਹਰ ਚੀਜ਼ ਸ਼ਬਦ ਦੇ ਦੁਆਰਾ ਬਣਾਈ ਗਈ ਆ। ਸ਼ਬਦ ਹੀ ਪਰਮੇਸ਼ਵਰ ਆ। ਅਗਰ ਬਾਈਬਲ ਦੇ ਵਿੱਚ ਪੜ੍ਹੀਏ, ਰਾਤੀ ਪੜ੍ਹਿਆ ਆਪਾਂ, ਲਿਖਿਆ ਆਦਿ ਵਿੱਚ ਸ਼ਬਦ ਸੀ, ਸ਼ਬਦ ਪਰ ਜਿਹੜਾ ਪਰਮੇਸ਼ਵਰ ਦੇ ਸੰਗ ਸੀ, ਉਹ ਹੀ ਸ਼ਬਦ ਦੇਹਧਾਰੀ ਹੋ ਕੇ ਧਰਤੀ ਦੇ ਉੱਤੇ ਆਇਆ। ਉਹ ਕੌਣ ਆ? ਪ੍ਰਭੂ ਯਿਸੂ ਮਸੀਹ। ਜਿਹੜਾ ਸ਼ਬਦ ਆ ਇਹ ਪ੍ਰਭੂ ਯਿਸੂ ਮਸੀਹ ਆ। ਔਰ ਇਹ ਜਿਹੜੀ ਪ੍ਰਭੂ ਯਿਸੂ ਮਸੀਹ ਦੀ ਜਿਹੜੀ ਕਹਾਣੀ ਆ ਉਹ ਕਿਸ ਤਰ੍ਹਾਂ ਜਿਹੜੀ ਆ ਦੁਨੀਆ ਦੇ ਉੱਤੇ, ਪੂਰੇ ਬ੍ਰਹਮੰਡ ਦੇ ਉੱਤੇ ਸਭ ਤੋਂ ਜ਼ਿਆਦਾ ਖੁਸ਼ਖਬਰੀ ਦੀ ਹੋ ਸਕਦੀ ਆ। ਕਿਉਂਕਿ ਅਗਰ ਮੈਂ ਇਸ ਚੀਜ਼ ਦੇ ਬਾਰੇ ਦੱਸਾਂਗਾ ਥੋੜਾ ਟੌਪਿਕ ਅਲੱਗ ਹੋ ਜਾਏਗਾ। ਮੈਂ ਥੋੜਾ ਜਿਹਾ ਸ਼ੋਰਟ ਦੇ ਵਿੱਚ ਦੱਸਦਾ ਹਾਂ। ਜਦੋਂ ਆਦਮੀ ਨੇ ਧਰਤੀ ਦੇ ਉੱਤੇ ਪਾਪ ਕਰ ਲਿਆ, ਪਰਮੇਸ਼ਵਰ ਦੀ ਆਗਿਆ ਦਾ ਇਨਕਾਰ ਕਰ ਦਿੱਤਾ, ਜੋ ਪਰਮੇਸ਼ਵਰ ਨੇ ਮਨਾ ਕੀਤਾ ਸੀ, ਇਸ ਆਦਮੀ ਨੇ ਉਹੀ ਕੰਮ ਕੀਤਾ ਔਰ ਉਸ ਤੋਂ ਬਾਅਦ ਆਦਮੀ ਪਾਪੀ ਹੋ ਗਿਆ। ਔਰ ਪਾਪੀ ਹੋਣ ਤੋਂ ਬਾਅਦ ਆਦਮੀ ਨੂੰ ਇਹ ਫਿਕਰ ਪੈ ਗਈ, ਅਗਰ ਅੱਜ ਮੈਂ ਮਰ ਜਾਵਾਂ ਤਾਂ ਮਰਨ ਦੇ ਬਾਅਦ ਮੇਰਾ ਕੀ ਬਣੇਗਾ? ਪਰਮੇਸ਼ਵਰ ਨੇ ਆਪਣਾ ਪੁੱਤਰ ਦਿੱਤਾ, ਜਿਹਨੇ ਹਰ ਇੱਕ ਇਨਸਾਨ ਜਾਤੀ ਦਾ ਜਿਹੜਾ ਵਾ ਕੋਈ ਵੀ ਹੋਵੇ ਇਨਸਾਨ ਹੋਣਾ ਚਾਹੀਦਾ ਹੈ। ਔਰ ਉਸ ਦੇ ਵਾਸਤੇ, ਉਹਦੇ ਪਾਪਾਂ ਦੇ ਪਛਤਾਤਾਪ ਦੇ ਵਾਸਤੇ ਪਰਮੇਸ਼ਵਰ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਔਰ ਜਿਹਦੇ ਨੂੰ ਕੁਰਬਾਨ ਕਰ ਦਿੱਤਾ ਉਸ ਤੋਂ ਬਾਅਦ ਜਿਹੜਾ ਵਾ ਆਦਮੀ ਦੇ ਕੋਲੇ ਇੱਕ ਆਸ ਆ ਗਈ ਹੈ। ਯਹੂਨਾ ਦੀ ਕਿਤਾਬ 3 ਅਧਿਆਏ 16 ਵਚਨ ਪੜ੍ਹ ਸਕਦੇ ਆ, ਯਾਦ ਹੋਣਾ ਚਾਹੀਦਾ ਸਾਨੂੰ ਮੂੰਹ ਜ਼ਬਾਨੀ। ਲਿਖਿਆ ਕਿਉਂਕਿ ਪਰਮੇਸ਼ਵਰ ਨੇ ਜਗਤ ਦੇ ਨਾਲ ਇਹੋ ਜਿਹਾ ਪਿਆਰ ਕੀਤਾ ਕਿ ਉਹਨੇ ਆਪਣਾ ਇੱਕ ਲੋਤਾ ਪੁੱਤਰ ਜਿਹੜਾ ਵਾ ਉਹ ਦੇ ਦਿੱਤਾ। ਕਿਉਂ ਦਿੱਤਾ? ਤਾਂ ਕਿ ਜੋ ਕੋਈ ਉਸ ਦੇ ਉੱਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਪਰ ਅਨੰਤ ਜੀਵਨ ਪਾਏ। ਸਾਡੀ ਜਦੋਂ ਅਸੀਂ ਪਾਪ ਕੀਤਾ, ਸਾਡੇ ਕੋਲੋਂ ਹਮੇਸ਼ਾ ਦੀ ਜ਼ਿੰਦਗੀ ਸ਼ੈਤਾਨ ਨੇ ਖੋਹ ਲਈ ਸੀ। ਪ੍ਰਭੂ ਯਿਸੂ ਮਸੀਹ ਨੇ ਧਰਤੀ ਦੇ ਉੱਤੇ ਆ ਕੇ ਮੌਤ ਨੂੰ ਹਰਾ ਕੇ ਤੀਸਰੇ ਦਿਨ ਮੁਰਦਿਆਂ 'ਚੋਂ ਜਿੰਦਾ ਹੋ ਕੇ ਸ਼ੈਤਾਨ ਦੇ ਕੋਲੋਂ ਉਹ ਚੀਜ਼ ਖੋਹ ਲਈ ਆ। ਹੁਣ ਅਸੀਂ ਜਿੰਨੇ ਜਾਣੇ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਾਂਗੇ ਔਰ ਉਹੀ ਜਿਹੜੇ ਆ ਬਚਾਏ ਜਾਣਗੇ। ਉਹਨਾਂ ਸਾਰੇ ਲੋਕਾਂ ਦੀ ਚਿੰਤਾ ਖਤਮ ਕੀਤੀ ਆ ਜਿਹੜੇ ਪਰਮੇਸ਼ਵਰ ਦੇ ਵਿੱਚ ਵਿਸ਼ਵਾਸ ਦੇ ਵਿੱਚ ਪੱਕੇ ਨੇ। ਇਸ ਕਰਕੇ ਦੱਸਿਆ ਜਾਂਦਾ ਵਾ ਕਿ ਬ੍ਰਹਮੰਡ ਦੇ ਵਿੱਚ ਸਭ ਤੋਂ ਜਿਹੜੀ ਆ ਖੁਸ਼ਖਬਰੀ ਦੀ ਕਹਾਣੀ ਆ ਪ੍ਰਭੂ ਯਿਸੂ ਮਸੀਹ ਦੀ ਕਹਾਣੀ ਆ। ਔਰ ਜਦੋਂ ਅਸੀਂ ਦੂਸਰਿਆਂ ਨੂੰ ਦੱਸਦੇ ਆ ਤੇ ਇਸ ਵਾਸਤੇ ਸਾਨੂੰ ਇੰਤਜ਼ਾਰ ਨਹੀਂ ਕਰਨਾ ਚਾਹੀਦਾ, ਨਹੀਂ ਅਜੇ ਸਮਾਂ ਨਹੀਂ ਆਇਆ, ਅਜੇ ਸਮਾਂ ਆਏਗਾ ਫਿਰ ਦੱਸਾਂਗੇ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜਦੋਂ ਅਸੀਂ ਪੜ੍ਹਦੇ ਆ ਪ੍ਰੇਰਿਤਾਂ ਦੇ ਕੰਮ 4 ਅਧਿਆਏ ਉਹਦਾ 20 ਵਚਨ, ਤੇ ਸਾਨੂੰ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਬੜੀ ਜਿਹੜੀ ਆ ਇੱਕ ਅੱਛੀ ਖਬਰ, ਬਹੁਤ ਵਧੀਆ ਸਾਨੂੰ ਇੱਕ ਵਚਨ ਮਿਲਦਾ ਵਾ ਜਿਹਦੇ ਨਾਲ ਸਾਡੇ ਅੰਦਰ ਜੋਸ਼ ਮਿਲਦਾ ਵਾ। ਇੱਕ ਹੋਰ ਅਸੀਂ ਵਚਨ ਪੜ੍ਹਦੇ ਹਾਂ ਜਿਹੜਾ ਸਾਡੇ ਜੀਵਨ ਨੂੰ ਜਿਹੜਾ ਵਾ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਉਤਸ਼ਾਹਿਤ ਕਰਦਾ ਵਾ। ਪੜ੍ਹ ਦੀजिए ਪ੍ਰੇਰਿਤਾਂ ਦੇ ਕੰਮ 4 ਅਧਿਆਏ ਉਹਦਾ 20 ਵਚਨ। ਕਿਉਂਕਿ
क्योंकि यह तो हमसे हो नहीं सकता। ਕਿਉਂਕਿ ਇਹ ਤਾਂ ਸਾਡੇ ਕੋਲ ਹੋ ਹੀ ਨਹੀਂ ਸਕਦਾ। ਕੀ ਭਲਾ? ਹਾਂਜੀ, कि जो हमने देखा और सुना है वह ना कहे। ਇਹ ਤੇ ਹੋ ਹੀ ਨਹੀਂ ਸਕਦਾ ਕਿ ਜੋ ਚੀਜ਼ ਅਸੀਂ ਵੇਖੀ ਆ, ਜੋ ਚੀਜ਼ ਅਸੀਂ ਸੁਣੀ ਆ, ਇਹ ਦੂਸਰਿਆਂ ਨੂੰ ਨਾ ਦਸੀਏ। ਇਹ ਨਹੀਂ ਹੋ ਸਕਦਾ। ਹੋ ਸਕਦਾ ਹੈ ਅਸੀਂ ਜਿਹੜੀ ਬਾਈਬਲ ਦੀਆਂ ਜਿਹੜੀਆਂ ਕਹਾਣੀਆਂ ਬਹੁਤ ਦੁਨੀਆ ਬਣਨ ਤੋਂ ਪਹਿਲਾਂ ਦੀਆਂ ਨੇ, ਉਸ ਸਮੇਂ ਦੀਆਂ ਕਹਾਣੀਆਂ ਤੇ ਬਹੁਤ ਸਾਰੇ ਲੋਕ ਕਹਿੰਦੇ ਅਸੀਂ ਕਿਹੜੀ ਵੇਖਿਆ ਵਾ। ਪਰ ਅੱਜ ਦੇ ਸਮੇਂ ਦੇ ਵਿੱਚ ਅਗਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਦਾ ਵਚਨ ਕੰਮ ਕਰਦਾ ਵਾ, ਅਗਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਕੰਮ ਕਰਦਾ ਵਾ, ਅਗਰ ਉਸ ਆਦਮੀ ਦੀ ਜ਼ਿੰਦਗੀ ਬਦਲਦੀ ਹੈ, ਅਗਰ ਉਸ ਆਦਮੀ ਦੇ ਜੀਵਨ ਦੇ ਵਿੱਚ ਪਹਿਲਾਂ ਨਾਲੋਂ ਬਦਲਾਅ ਆਉਂਦਾ ਵਾ ਤੇ ਅਸੀਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਤੇ ਉਹ ਅਸੀਂ ਨਾ ਦੱਸੀਏ। ਇਹ ਨਹੀਂ ਹੋ ਸਕਦਾ। ਜਦੋਂ ਜਿਹੜਾ ਧਾਰਮਿਕ ਅਧਿਕਾਰੀਆਂ ਨੇ ਪਰਮੇਸ਼ਵਰ ਦੇ ਦਾਸਾਂ ਨੂੰ ਉਹਨਾਂ ਨੂੰ ਵਚਨ ਸੁਣਾਉਣ ਤੋਂ ਮਨਾ ਕੀਤਾ, ਜਿਵੇਂ ਅੱਜ ਬਹੁਤ ਸਾਰੀ ਜਗ੍ਹਾਵਾਂ ਦੇ ਉੱਤੇ ਸਭ ਤੋਂ ਜ਼ਿਆਦਾ ਵਿਰੋਧ ਅੱਜ ਮਸੀਹ ਲੋਕਾਂ ਦਾ ਹੁੰਦਾ ਵਾ, ਕ੍ਰਿਸਚਨ ਲੋਕਾਂ ਦਾ ਸਭ ਤੋਂ ਜ਼ਿਆਦਾ ਵਿਰੋਧ ਹੁੰਦਾ ਵਾ ਕਿ ਇਹ ਪਰਮੇਸ਼ਵਰ ਦਾ ਵਚਨ ਨਾ ਸੁਣਾਉਣ। ਇਲਜ਼ਾਮ ਕੀ ਲਾਇਆ ਜਾਂਦਾ ਵਾ? ਧਰਮ ਪਰਿਵਰਤਨ ਦਾ। ਤੇ ਜਦੋਂ ਅਸੀਂ ਜਾਣਦੇ ਹਾਂ ਕਿ ਜਿੰਦਾ ਪਰਿਵਰਤਨ ਹੁੰਦਾ ਉਹਨੂੰ ਪਤਾ ਧਰਮ ਪਰਿਵਰਤਨ ਨਹੀਂ ਹੁੰਦਾ। ਪਰ ਮੈਨੂੰ ਇਹ ਪਤਾ ਹੈ ਕਿ ਮੇਰਾ ਜੀਵਨ ਜਿਹੜਾ ਬਦਲਿਆ ਵਾ, ਮੇਰਾ ਧਰਮ ਨਹੀਂ ਬਦਲਿਆ। ਅਸਲ ਦੇ ਵਿੱਚ ਜਦੋਂ ਆਪਾਂ ਵੇਖਿਆ ਜਾਵੇ ਧਰਮ ਦੀ ਡੈਫੀਨੇਸ਼ਨ ਕੀ ਆ? What is the definition of religion? Sir, actually I have gone through the philosophy of Swami Vivekananda. He says that कि आदमी जो है वो धर्म के लिए नहीं है, हाँ जी, धर्म आदमी के लिए है, एक सेकेंडरी है वो। Man is man, humanity is our caste, humanity is our religion. मनुष्यता ਅਸਲ ਦੇ ਵਿੱਚ ਧਰਮ ਸ਼ਬਦ ਦੀ ਪਰਿਭਾਸ਼ਾ ਇਹ ਆ, ਅਗਰ ਕਿਸੇ ਆਦਮੀ ਦੇ ਵਿੱਚ ਕਿਸੇ ਦੂਸਰੇ ਆਦਮੀ ਦੇ ਲਈ ਪਿਆਰ ਹੈ ਤੇ ਉਹ ਧਰਮ ਆ, ਅਗਰ ਕਿਸੇ ਆਦਮੀ ਦੇ ਲਈ ਨਫ਼ਰਤ ਆ ਉਹ ਧਰਮ ਨਹੀਂ ਆ। ਇਹ ਅਸਲੀ ਹੈਗਾ ਕਿ ਧਰਮ ਹੁੰਦਾ ਕੀ ਆ? ਇਨਸਾਨੀਅਤ, ਇਨਸਾਨ ਦੀ ਇਨਸਾਨੀਅਤ ਹੀ ਉਹਦਾ ਧਰਮ ਆ। love is God, God is love in a common essence in the ਬਿਲਕੁਲ। ਬਾਈਬਲ ਇੱਕ ਚਿੱਠੀ ਆ ਸਾਡੇ ਕੋਲੇ, ਪਿਆਰ ਦੀ ਚਿੱਠੀ ਆ। ਔਰ ਕਿਸ ਚੀਜ਼ ਦਾ ਪਿਆਰ ਆ? ਪਰਮੇਸ਼ਵਰ ਨੇ ਇਨਸਾਨ ਦੇ ਨਾਲ ਪਿਆਰ ਕੀਤਾ। spiritual ਸਭ ਤੋਂ ਜ਼ਿਆਦਾ ਅਗਰ ਵੈਸੇ ਵੀ ਵੇਖਿਆ ਜਾਵੇ, ਸਭ ਤੋਂ ਜ਼ਿਆਦਾ ਪਿਆਰ ਕਰਨ ਵਾਲੇ ਲੋਕ ਤੁਹਾਨੂੰ ਕ੍ਰਿਸਚਨ ਲੋਕ ਹੀ ਮਿਲਣਗੇ। ਇੱਕ ਦੂਸਰੇ ਦੀ ਫਿਕਰ ਕਰਨ ਵਾਲੇ ਲੋਕ, ਭਾਵੇਂ ਉਹ ਕਿਸੇ ਵੀ ਜਾਤੀ ਦਾ ਹੋਵੇ, ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ, ਉਹ ਕੀ ਆ? ਆਪਣਾ ਹਮੇਸ਼ਾ ਜੋ ਪਰਮੇਸ਼ਵਰ ਨੇ ਸਿਖਾਇਆ ਉਹ ਹੀ ਅੱਗੇ ਵੰਡਦੇ ਆ। ਤੇ ਇਸ ਕਰਕੇ ਜਿਨ੍ਹਾਂ ਨੇ ਨਫ਼ਰਤ ਸਿੱਖੀ ਆ ਉਹ ਨਫ਼ਰਤ ਵੰਡਦੇ ਆ, ਅਸੀਂ ਪਿਆਰ ਸਿੱਖਿਆ ਤਾਂ ਅਸੀਂ ਪਿਆਰ ਵੰਡਦੇ ਆ। ਕਿਸੇ ਦਾ ਧਰਮ ਨਹੀਂ ਬਦਲਿਆ ਜਾਂਦਾ, ਧਰਮ ਉਹ ਹੈ ਜਿੰਦਾ ਇਨਸਾਨੀਅਤ ਦੀ ਇਨਸਾਨੀਅਤ ਹੀ ਧਰਮ ਆ। ਚਾਰ ਜਣੇ ਇਕੱਠੇ ਹੋ ਕੇ ਅਸੀਂ ਕਹਿ ਦਈਏ ਧਰਮ ਬਦਲਦਾ ਤੇ ਉਹ ਗਲਤ ਆ। ਤੇ ਜਿਹੜੇ ਇਹੋ ਜਿਹੇ ਧਰਮ ਦੇ ਗੁਰੂ ਆ ਉਹ ਕੀ ਕਹਿੰਦੇ ਆ ਵੀ ਤੂੰ ਕੀ ਕਰ, ਪ੍ਰਚਾਰ ਨਾ ਕਰ, ਤੁਸੀਂ ਪ੍ਰਚਾਰ ਨਾ ਕਰਿਓ, ਇਹ ਪ੍ਰਚਾਰ ਨਾ ਕਰਿਓ ਕਿ ਪ੍ਰਭੂ ਯਿਸੂ ਮਸੀਹ ਮੁਰਦਿਆਂ ਚੋਂ ਜਿੰਦਾ ਹੋ ਗਿਆ। ਤੇ ਕੀ ਕਹਿੰਦੇ ਆ? ਜਿਹੜੀ ਚੀਜ਼ ਅਸੀਂ ਆਪਣੀਆਂ ਅੱਖਾਂ ਦੇ ਨਾਲ ਵੇਖੀ ਆ, ਜਿਹੜੀ ਚੀਜ਼ ਅਸੀਂ ਆਪਣੇ ਕੰਨਾਂ ਦੇ ਨਾਲ ਸੁਣੀ ਆ, ਇਹ ਸਾਡੇ ਤੋਂ ਨਹੀਂ ਹੋ ਸਕਦਾ ਵੀ ਲੋਕਾਂ ਨੂੰ ਨਾ ਦਸੀਏ। ਅਸੀਂ ਤੇ ਜ਼ਰੂਰ ਦੱਸਾਂਗੇ। ਤੇ ਅਗਰ ਸਾਡੇ ਸਾਹਮਣੇ ਜਿਵੇਂ ਅਸੀਂ ਵੇਖਦੇ ਹਾਂ ਗਵਾਹੀਆਂ, ਤੁਸੀਂ ਵੇਖੀਆਂ ਨਹੀਂ ਆ ਪਰ ਤੁਸੀਂ ਸੁਣਿਆ ਕਿ ਭਾਈ ਦੇ ਜੀਵਨ ਦੇ ਵਿੱਚ ਕੀ ਕੰਮ ਸੀ। ਉਹ ਝੂਠ ਤੇ ਨਹੀਂ ਮਾਰਦੇ ਨਾ, ਅਗਰ ਪਰੇਸ਼ਾਨੀ ਸੀ ਤੇ ਉਹਨੇ ਦੱਸਿਆ। ਇਸ ਤਰ੍ਹਾਂ ਜਿਸ ਇਨਸਾਨ ਦੇ ਅੰਦਰ ਪਰੇਸ਼ਾਨੀ ਹੁੰਦੀ ਆ, ਅਗਰ ਉਹ ਪਰੇਸ਼ਾਨੀ ਚਲੀ ਜਾਂਦੀ ਆ ਤੇ ਉਹ ਦੱਸਦਾ ਵਾ। ਅਸੀਂ ਬਾਈਬਲ ਨਹੀਂ ਪੜ੍ਹ ਸਕਦੇ ਪਰ ਅਸੀਂ ਮੌਕੇ ਤੇ ਜੋ ਵੇਖ ਰਹੇ ਹਾਂ ਉਹ ਤੇ ਦੂਸਰਿਆਂ ਨੂੰ ਦੱਸ ਸਕਦੇ ਨਾ ਵੀ ਆਹ ਕੰਮ ਉੱਥੇ ਹੋਇਆ। ਤੇ ਕਹਿੰਦਾ ਇਹ ਸਾਡੇ ਕੋਲ ਨਹੀਂ ਹੋ ਸਕਦਾ ਕਿ ਅਸੀਂ ਜੋ ਚੀਜ਼ ਵੇਖੀ ਆ, ਜੋ ਚੀਜ਼ ਸੁਣੀ ਆ, ਅਸੀਂ ਕਿਸੇ ਨੂੰ ਨਾ ਦਸੀਏ। ਇਹ ਪ੍ਰਭੂ ਯਿਸੂ ਮਸੀਹ ਦੇ ਜਿਹੜਾ ਉਦਾਰ ਦੀ ਔਰ ਸੱਚਾਈ ਦੀਆਂ ਗੱਲਾਂ ਜਿਹੜੀਆਂ ਸਾਡੇ ਦਿਲ ਵਿੱਚ ਬੰਦ ਨਹੀਂ ਰਹਿ ਸਕਦੀਆਂ। ਜੇ ਸਾਡਾ ਉਦਾਰ ਮਿਲ ਗਿਆ, ਸਾਨੂੰ ਮੁਕਤੀ ਮਿਲ ਗਈ ਆ, ਤੇ ਇਹ ਅਸੀਂ ਦੂਸਰਿਆਂ ਨੂੰ ਵੀ ਚਾਹੁੰਦੇ ਆ ਵੀ ਉਸ ਭਰਾ ਨੂੰ ਵੀ ਮਿਲ ਜਾਵੇ। ਤੇ ਉਦਾਰ ਜਿਹੜਾ ਵਾ ਜਦੋਂ ਤੁਸੀਂ ਪਰਮੇਸ਼ਵਰ ਨੂੰ ਗ੍ਰਹਿਣ ਕੀਤਾ ਉਸ ਦਿਨ ਤੋਂ ਲੈ ਕੇ ਤੇ ਜਿੰਨਾ ਚਿਰ ਅਸੀਂ ਮਰ ਨਹੀਂ ਜਾਂਦੇ, ਸਾਡੇ ਮਰਨ ਦੇ ਦਿਨ ਤੱਕ ਪੂਰੇ ਸਮੇਂ ਦਾ ਜੋ ਨਿਚੋੜ ਆਏਗਾ ਨਾ, ਉਸ ਨਿਚੋੜ ਦੇ ਵਿੱਚੋਂ ਸਾਡੇ ਅੰਦਰ ਕਿੰਨੀ ਕੁ ਇਨਸਾਨੀਅਤ ਸੀ, ਉੱਪਰ ਕਿੰਨਾ ਕੁ ਅਸੀਂ ਪਰਮੇਸ਼ਵਰ ਦੀ ਆਖਾ ਮੰਨਿਆ, ਕਿੰਨਾ ਕੁ ਪਰਮੇਸ਼ਵਰ ਦੇ ਅਨੁਸਾਰ ਚੱਲੇ, ਜਿਹੜਾ ਨਿਚੋੜ ਨਿਕਲੇਗਾ ਉਹਦੇ ਅਨੁਸਾਰ ਸਾਡਾ
ਹੋਣਾ ਵਾ ਉਦਾਰ, ਉਹਦੇ ਅਨੁਸਾਰ ਸਾਨੂੰ ਮੋਕਸ਼ ਪ੍ਰਾਪਤ ਹੋਏਗਾ, ਉਹਦੇ ਅਨੁਸਾਰ ਸਾਨੂੰ ਜਿਹੜਾ ਵਾ ਆਨੰਦ ਜਿਹੜਾ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। ਅਗਰ ਅਸੀਂ ਸੋਚ ਲਿਆ ਹਾਂ ਵੀ ਮੈਂ ਚਰਚ ਵਿੱਚ ਆਈ ਜਾਣਾ ਵਾ, ਮੈਨੂੰ ਕੀ ਆ, ਮੈਂ ਕੰਮ ਆਪਦੇ ਜੇ ਮਰਜ਼ੀ ਕਰੀ ਜਾਵਾਂ, ਮੈਂ ਕਿਸੇ ਤੇ ਦਇਆ ਕਰਾਂ ਨਾ ਕਰਾਂ, ਮੈਂ ਕਿਸੇ ਨੂੰ ਕੁਛ ਵੀ ਕਰੀ ਜਾਵਾਂ, ਪਰ ਅਗਰ ਮੈਂ ਉਸ ਵਚਨਾਂ ਦੇ ਅਨੁਸਾਰ ਜਿਹੜੇ ਮੈਂ ਸੁਣਿਆ ਨਹੀਂ ਚੱਲਦਾ ਤੇ ਮੈਨੂੰ ਉਧਾਰ ਨਹੀਂ ਮਿਲਣਾ। ਅਸੀਂ ਜੋ ਚੀਜ਼ ਸੁਣੀ ਆ, ਜੋ ਚੀਜ਼ ਵੇਖੀ ਆ, ਉਹ ਪਰਮੇਸ਼ਵਰ ਦਾ ਵਚਨ ਦੂਸਰਿਆਂ ਦੇ ਨਾਲ ਸਾਂਝਾ ਕਰਨਾ ਵਾ। ਹੁਣ ਵੇਖਿਆ ਜਾਵੇ ਕਰਜ਼ਾ ਕਿੰਦੇ ਕਿੰਦੇ ਉੱਤੇ ਆ। ਮੇਰੇ ਤੇ ਕਰਜ਼ਾ ਹੈਗਾ ਕਰਜ਼ਾ ਤੇਰੇ ਤੇ ਕਿੰਨਾ? ਅੱਛਾ, ਹੱਥ ਵਿਖਾ ਦੇ ਫਿਰ। ਹੋਰ ਕਿਸੇ ਤੇ ਕਰਜ਼ਾ ਹੋਵੇ? ਠੀਕ ਆ, ਅੱਜ ਅਸੀਂ ਦੱਸਾਂਗੇ ਮੇਰੇ ਤੇ ਕਿਸ ਚੀਜ਼ ਦਾ ਕਰਜ਼ਾ ਵਾ। ਰੋਮੀਆਂ ਦੀ ਕਿਤਾਬ 1 ਅਧਿਆਇ ਉਹਦਾ 14, 15, 16 ਵਚਨ। ਜਿਹੜਾ ਆਦਮੀ ਪਰਮੇਸ਼ਵਰ ਦੇ ਵਿੱਚ ਆ ਜਾਂਦਾ ਵਾ, ਪਰਮੇਸ਼ਵਰ ਉਹਦੀ ਜ਼ਿੰਦਗੀ ਦੇ ਵਿੱਚ ਕੰਮ ਕਰਦਾ ਵਾ, ਉਹ ਪਰਮੇਸ਼ਵਰ ਦੇ ਕੰਮਾਂ ਦੀ ਚਰਚਾ ਸੁਣਦਾ ਵਾ, ਹਰ ਇੱਕ ਉਸ ਆਦਮੀ ਦੇ ਉੱਤੇ ਕਰਜ਼ਾ ਹੈ। ਹਰ ਇੱਕ ਉਸ ਆਦਮੀ ਦੇ ਉੱਤੇ ਜਿਹੜਾ ਵਾ ਕਰਜ਼ਾ ਵਾ, ਤੇ ਉਸ ਆਦਮੀ ਨੂੰ ਆਪਣਾ ਕਰਜ਼ਾ ਉਤਾਰਨਾ ਵਾ। ਤੇ ਉਹ ਕਿਵੇਂ ਉਤਾਰ ਸਕਦੇ ਹਾਂ ਅਸੀਂ ਕਰਜ਼ਾ? मैं यूनानियों और अन्य भाषाओं का और बुद्धिमानों और बुद्धियों का कर्जदार हूँ। मैं यूनानियों का कर्जदार हूँ, मैं अन्य भाषा बोलने वालों का कर्जदार हूँ, मैं बुद्धिमानों का कर्जदार हूँ, और जिनको बुद्धि नहीं है मैं उनका भी कर्जदार हूँ। इन्ने लोगों का कर्जदार है। ਜਿਹੜੇ ਲੋਕ ਦੂਸਰੇ ਦੇਸ਼ ਦੇ ਆ, ਮੈਂ ਉਹਨਾਂ ਦਾ ਕਰਜ਼ਦਾਰ ਆ। ਜਿਹੜੇ ਮੇਰੇ ਪਿੰਡ ਵਾਲੇ ਆ, ਮੈਂ ਇਹਨਾਂ ਦਾ ਕਰਜ਼ਦਾਰ ਆ। ਜਿਹੜੇ ਇਸ ਜਗ੍ਹਾ ਤੇ ਬੈਠੇ ਆ, ਮੈਂ ਇਹਨਾਂ ਦਾ ਵੀ ਕਰਜ਼ਦਾਰ ਆ। ਔਰ ਜਿਹੜੇ ਮੇਰੀ ਬੋਲੀ ਨਹੀਂ ਸਮਝਦੇ, ਮੈਂ ਉਹਨਾਂ ਦਾ ਵੀ ਕਰਜ਼ਦਾਰ ਆ। ਤੇ ਜਿਹੜੇ ਪਰਮੇਸ਼ਵਰ ਦਾ ਡਰ ਰੱਖਦੇ ਆ, ਮੈਂ ਉਹਨਾਂ ਦਾ ਵੀ ਕਰਜ਼ਦਾਰ ਆ। ਤੇ ਜਿਹੜੇ ਪਰਮੇਸ਼ਵਰ ਦਾ ਡਰ ਨਹੀਂ ਰੱਖਦੇ, ਮੈਂ ਉਹਨਾਂ ਦਾ ਵੀ ਕਰਜ਼ਦਾਰ ਆ। ਹਾਂਜੀ, अतः मैं तुम्हें भी जो रोम में रहते हो, ਮੈਂ ਤੁਹਾਨੂੰ ਸਾਰਿਆਂ ਨੂੰ, ਜੇ ਇਹ ਸੰਤ ਪੌਲਸ ਰਸੂਲ ਰੋਮ ਦੇ ਵਿੱਚ ਪ੍ਰਚਾਰ ਕਰ ਰਿਹਾ ਵਾ, ਕਹਿੰਦਾ ਮੈਂ ਤੁਹਾਨੂੰ ਸਾਰਿਆਂ ਨੂੰ ਜਿਹੜੇ ਤੁਸੀਂ ਰੋਮ ਦੇ ਵਿੱਚ ਰਹਿੰਦੇ ਹੋ, ਔਰ ਮੈਂ ਇਸ ਕੰਗਣਪੁਰ ਪਿੰਡ ਦੇ ਵਿੱਚ ਜਿੰਨੇ ਵੀ ਇਸ ਜਗ੍ਹਾ ਤੇ ਬੈਠੇ ਹੋ, ਮੈਂ ਤੁਹਾਨੂੰ ਸਾਰਿਆਂ ਨੂੰ, ਹਾਂਜੀ, सुसमाचार सुनाने को भरसक तैयार हूँ। ਮੈਂ ਤੁਹਾਨੂੰ ਸਾਰਿਆਂ ਨੂੰ ਪਰਮੇਸ਼ਵਰ ਦਾ ਵਚਨ ਜਿਹੜਾ ਵਾ ਸੁਣਾਉਣ ਵਾਸਤੇ ਹਰ ਸਮੇਂ ਤਿਆਰ ਆ। ਹਾਂਜੀ, क्योंकि मैं सुसमाचार से नहीं लजाता, ਕਿਉਂਕਿ ਪਰਮੇਸ਼ਵਰ ਦਾ ਵਚਨ ਸੁਣਾਉਣ ਤੋਂ ਮੈਨੂੰ ਸ਼ਰਮ ਨਹੀਂ ਆਉਂਦੀ। ਮੈਨੂੰ ਸੰਗ ਨਹੀਂ ਆਉਂਦੀ ਪਰਮੇਸ਼ਵਰ ਦਾ ਵਚਨ ਸੁਣਾਉਣ ਤੋਂ। इसलिए कि वह हर एक विश्वास करने वाले के लिए पहले यहूदी फिर यूनानी के लिए उद्धार के निमित्त परमेश्वर की समर्थ है। ਇਹ ਜਿਹੜਾ ਵਚਨ ਸੁਣਾਇਆ ਜਾਂਦਾ ਵਾ, ਹਰ ਇੱਕ ਇਨਸਾਨ ਦੇ ਵਾਸਤੇ, ਹਰ ਇੱਕ ਆਦਮੀ ਦੇ ਵਾਸਤੇ, ਹਰ ਇੱਕ ਭੈਣ ਵਾਸਤੇ, ਹਰ ਇੱਕ ਭਰਾ ਵਾਸਤੇ, ਬੱਚੇ ਵਾਸਤੇ, ਬਜ਼ੁਰਗ ਵਾਸਤੇ, ਇੱਕ ਮੁਕਤੀ ਦੇ ਵਾਸਤੇ ਪਰਮੇਸ਼ਵਰ ਦਾ ਵਚਨ ਸੁਣਾਉਣਾ ਕੀ ਆ? ਇੱਕ ਸਾਮਰਥ ਆ। ਹੁਣ ਪਤਾ ਲੱਗਾ ਕਿਸ ਚੀਜ਼ ਦੇ ਕਰਜ਼ਦਾਰ ਆ? ਅਸੀਂ ਉਹਨਾਂ ਲੋਕਾਂ ਦੇ ਕਰਜ਼ਦਾਰ ਆ ਜਿਨ੍ਹਾਂ ਲੋਕਾਂ ਤੱਕ ਅਜੇ ਤੱਕ ਪਰਮੇਸ਼ਵਰ ਦਾ ਵਚਨ ਨਹੀਂ ਪਹੁੰਚਿਆ। ਅਸੀਂ ਕਰਜ਼ਦਾਰ ਆ, ਉਹਨਾਂ ਨੂੰ ਸਮਝਾਉਣਾ ਵਾ, ਕਿਉਂਕਿ ਵਚਨ ਦੱਸਦਾ ਵਾ, ਅਗਰ ਕੋਈ ਤੇਰਾ ਭਰਾ ਬੁਰੇ ਕੰਮ ਕਰਦਾ ਵਾ ਔਰ ਆਪਣੇ ਬੁਰੇ ਕੰਮ ਕਰਦਾ ਕਰਦਾ ਹੀ ਮਰ ਜਾਂਦਾ ਵਾ, ਤੇ ਉਹਦੇ ਕੋਲੋਂ ਉਹਦਾ ਬਦਲਾ ਨਹੀਂ ਲਵਾਂਗਾ, ਉਹਦਾ ਬਦਲਾ ਮੈਂ ਤੇਰੇ ਕੋਲੋਂ ਲਵਾਂਗਾ। ਜਿਹਨੇ ਉਹਨੂੰ ਦੱਸਿਆ ਹੀ ਨਹੀਂ, ਜਿਹਨੇ ਉਹਨੂੰ ਸਮਝਾਇਆ ਹੀ ਨਹੀਂ। ਔਰ ਅਗਰ ਤੂੰ ਉਸ ਭਰਾ ਨੂੰ ਸਮਝਾ ਦੇਣਾ, ਬਈ ਆ ਕੰਮ ਗਲਤ ਆ ਕੰਮ ਨਹੀਂ ਕਰਨਾ, ਇਹ ਪਰਮੇਸ਼ਵਰ ਦੇ ਅਨੁਸਾਰ ਨਹੀਂ ਆ, ਅਗਰ ਤੂੰ ਸਮਝਾ ਦੇਣਾ ਵਾ, ਤੇ ਉਹ ਆਦਮੀ ਜਿਹੜਾ ਵਾ ਫਿਰ ਵੀ ਤੇਰੇ ਆਖੇ ਨਹੀਂ ਲੱਗਦਾ, ਬੁਰੇ ਕੰਮ ਕਰਦਾ ਵਾ, ਫਿਰ ਤੂੰ ਉਹਦੀ ਮੌਤ ਤੋਂ ਬਰੀ, ਫਿਰ ਉਹਦੀ ਮੌਤ ਦੀ ਸਜ਼ਾ ਸਾਨੂੰ ਨਹੀਂ ਮਿਲਦੀ। ਪਰ ਅਗਰ ਉਹ ਆਦਮੀ ਪਰਮੇਸ਼ਵਰ ਦੀ ਵੱਲ ਮੁੜ ਆਉਂਦਾ ਵਾ, ਪਰਮੇਸ਼ਵਰ ਦੀ ਵੱਲ ਆ ਜਾਂਦਾ ਵਾ, ਤੇ ਉਸ ਆਦਮੀ ਦੇ ਜੀਵਨ ਦੇ ਵਿੱਚ ਪਰਮੇਸ਼ਵਰ ਆਨੰਦ ਤੇ ਸ਼ਾਂਤੀ ਭਰ ਦੇਗਾ। ਫਿਰ ਸਾਨੂੰ ਦੋਨਾਂ ਨੂੰ ਹੀ ਮਾਫੀ ਮਿਲ ਜਾਏਗੀ ਪਰਮੇਸ਼ਵਰ ਦੇ ਕੋਲੋਂ, ਸਾਡਾ ਕਰਜ਼ਾ ਉਤਰ ਜਾਂਦਾ ਵਾ। ਅਗਰ ਅਸੀਂ ਪੜ੍ਹੀਏ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਯਸ਼ਾਇਆ ਦੀ ਕਿਤਾਬ 50 ਅਧਿਆਏ ਉਹਦਾ 4 ਵਚਨ, ਕੀ ਦੱਸਦਾ ਪਰਮੇਸ਼ਵਰ ਦਾ ਵਚਨ? प्रभु यहोवा ने मुझे सिखलाने वालों की जीभ दी है। परमेश्वर यहोवा ने
ਸਾਨੂੰ ਜਿਹੜੀ ਆ ਮੈਨੂੰ ਸਿਖਾਉਣ ਵਾਲੀ ਜੀਭ ਦਿੱਤੀ ਆ, ਮੈਨੂੰ ਇਹ ਜ਼ੁਬਾਨ ਦਿੱਤੀ ਆ ਕਿ ਮੈਂ ਲੋਕਾਂ ਨੂੰ ਸਿਖਾਵਾਂ। ਪਰਮੇਸ਼ਵਰ ਯਹੋਵਾ ਨੇ ਮੈਨੂੰ ਇੱਕ ਸਿਖਾਉਣ ਵਾਲੀ ਜੀਭ ਦਿੱਤੀ ਆ। ਹਾਂਜੀ, कि मैं थके हुओं को अपने वचन के द्वारा समझना जानूं। कि मैं थके हुओं को अपने वचन के द्वारा समझना सिखाऊं, संभालना जानूं। हाँ जी, और को वह नित मुझे जगाता और मेरे कान खोलता है। और वो परमेश्वर नित मैनू सवेरे जगाउंदा वा, मेरे ਕੰਨਾਂ ਨੂੰ ਖੋਲਦਾ ਵਾ कि मैं शिष्य के समान सुनूं। कि मैं एक चेले ਦੀ ਤਰ੍ਹਾਂ ਸੁਣਾ। ਤੇ ਜਦੋਂ ਅਸੀਂ ਪਰਮੇਸ਼ਵਰ ਦਾ ਵਚਨ ਸਿੱਖਣ ਵਾਸਤੇ ਆਉਂਦੇ ਆ ਤੇ ਸਾਨੂੰ ਇੱਕ ਚੇਲੇ ਦੀ ਤਰ੍ਹਾਂ ਸਿੱਖਣਾ ਪੈਣਾ, ਇੱਕ ਚੇਲੇ ਦੀ ਤਰ੍ਹਾਂ। ਅੱਜ ਦੇ ਸਮੇਂ ਦੇ ਵਿੱਚ ਜਿਹੜੇ ਆ ਲੋਕ ਸਿਖਾਉਣਾ ਚਾਹੁੰਦੇ ਆ, ਸਿੱਖਣਾ ਕੋਈ ਨਹੀਂ ਚਾਹੁੰਦਾ। ਉਸਤਾਦ ਦੀਆਂ ਝਿੜਕਾਂ ਕੋਈ ਨਹੀਂ ਖਾਣਾ ਚਾਹੁੰਦਾ। ਹਰ ਕੋਈ ਚਾਹੁੰਦਾ ਵੀ ਮੈਂ ਦੂਸਰਿਆਂ ਨੂੰ ਸਿਖਾਵਾਂ। ਪਰ ਪਰਮੇਸ਼ਵਰ ਦਾ ਵਚਨ ਦੱਸਦਾ ਵਾ, ਪਰਮੇਸ਼ਵਰ ਨੇ ਮੇਰੇ ਕੰਨ ਖੋਲੇ ਕਿ ਮੈਂ ਚੇਲਿਆਂ ਦੀ ਵਾਂਗੂ ਸਿੱਖਾਂ, ਇੱਕ ਸ਼ਿਸ਼ਿਆ ਦੀ ਵਾਂਗੂ ਸਟੂਡੈਂਟ ਬਣ ਕੇ ਮੈਂ ਪਹਿਲਾਂ ਸਿੱਖਾਂ ਤੇ ਫਿਰ ਪਰਮੇਸ਼ਵਰ ਦਾ ਵਚਨ ਸੁਣਾਵਾਂ। ਪਹਿਲਾਂ ਸਿੱਖਣਾ ਜ਼ਰੂਰੀ ਆ। ਅਗਰ ਅਸੀਂ ਨਹੀਂ ਸਿੱਖਦੇ ਤੇ ਸਿੱਧਾ ਹੀ ਚਲੇ ਜਾਂਦੇ ਆ, ਅਗਰ ਸਾਨੂੰ ਗਿਆਨ ਹੀ ਨਹੀਂ ਆ ਤੇ ਇੱਕ ਕਹਾਵਤ ਆ, ਅਧੂਰੀ ਜਾਣਕਾਰੀ ਬੰਦੇ ਨੂੰ ਮਰਵਾ ਦਿੰਦੀ ਆ। ਅਧੂਰੀ ਜਾਣਕਾਰੀ ਸਾਡੇ ਤੇ ਹਾਵੀ ਹੋ ਜਾਂਦੀ ਕਿਸੇ ਵੇਲੇ, ਤੇ ਸਾਨੂੰ ਅਧੂਰੀ ਜਾਣਕਾਰੀ ਦੇ ਨਾਲ ਨਹੀਂ ਜਾਣਾ। सर इसके बारे में अगर जो अपने कोई लिखी है, ਹਾਂਜੀ, लिटिल नॉलेज इज डाइजेस्ट, ਹਾਂਜੀ, एंटायरली उसी चीज के बारे में बताया। ਸੇਮ ਚੀਜ਼ ਨਾ, ਲਿਟਲ ਨੌਲੇਜ ਥੋੜੀ ਅਧੂਰੀ ਜਾਣਕਾਰੀ ਇੱਕ ਖਤਰਨਾਕ ਚੀਜ਼ ਆ। ਜਦੋਂ ਅਸੀਂ ਪੜ੍ਹਦੇ ਹਾਂ ਤਿਮੋਥੀਅਸ ਦੀ ਕਿਤਾਬ, ਦੂਸਰਾ ਤਿਮੋਥੀਅਸ 4 ਅਧਿਆਏ ਉਹਦਾ 2 ਵਚਨ, ਪਰਮੇਸ਼ਵਰ ਦਾ ਵਚਨ ਸਾਨੂੰ ਇੱਕ ਆਗਿਆ ਦਿੰਦਾ ਵਾ कि तू वचन का प्रकार कर, ਕਿ ਤੂੰ ਵਚਨ ਦਾ ਪ੍ਰਚਾਰ ਕਰ, समय और असमय त्याग है। समय ते असमय तैयार रहे। समय और असमय तैयार रहने का मतलब, समय ते असमय तैयार रहने का की मतलब आ? समय ਦਾ ਮਤਲਬ ਆ ਕਿ ਅੱਜ ਮੇਰੇ ਕੋਲੇ ਸਮਾਂ ਵਾ, ਮੈਨੂੰ ਪਤਾ ਮੈਂ 7th ਡੇ ਚਰਚ ਦੇ ਵਿੱਚ ਸ਼ਨੀਵਾਰ ਨੂੰ ਇਸ ਸਮੇਂ ਮੈਂ ਪ੍ਰਚਾਰ ਕਰਨਾ ਵਾ, ਉਸ ਤੋਂ ਪਹਿਲਾਂ ਮੇਰੇ ਕੋਲੇ ਸਮਾਂ ਹੈ। ਔਰ ਇਹ ਸਮੇਂ ਮਤਲਬ ਅਗਰ ਅਸੀਂ ਕਿਤੇ ਜਾਂਦੇ ਆ ਜਾਂ ਕਿਤੇ ਰਸਤੇ 'ਚ ਜਾਂ ਕਿਸੇ ਵਿਜ਼ਿਟ ਕਰਨ ਜਾਂਦੇ ਆ, ਸਾਡੇ ਕੋਲ ਸਾਨੂੰ ਨਹੀਂ ਪਤਾ, ਅਚਾਨਕ ਹੀ ਕੋਈ ਗੱਲ ਕਰ ਲੇ ਤਾਂ ਸਾਨੂੰ ਪਰਮੇਸ਼ਵਰ ਦਾ ਵਚਨ ਤੁਰੰਤ ਹੀ ਸੁਣਾਉਣਾ ਪੈ ਜੇ। ਸਾਨੂੰ ਤੁਰੰਤ ਹੀ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਕਿਸੇ ਭਾਈ ਨੂੰ ਕਿਸੇ ਭੈਣ ਨੂੰ ਸਮਝਾਉਣਾ ਪੈ ਜੇ, ਉਹ ਇਹ ਸਮੇਂ ਆ। ਇਹ ਤਾਂ ਸਾਡੇ ਕੋਲ ਸਮੇਂ ਆ ਕਿ ਇੰਨੇ ਵਜੇ ਜਾ ਕੇ ਪ੍ਰਚਾਰ ਕਰਨਾ ਵਾ, ਪਰ ਜਿੱਥੇ ਸਾਡੇ ਕੋਲ ਸਮਾਂ ਹੀ ਨਾ ਹੋਵੇ 1 ਮਿੰਟ ਦਾ ਵੀ ਤਿਆਰੀ ਕਰਨ ਵਾਸਤੇ, ਉੱਥੇ ਵੀ ਤਿਆਰ ਰਹਿ। ਹਾਂਜੀ, सब प्रकार की सहनशीलता ਹਰ ਪ੍ਰਕਾਰ ਦੀ ਸਹਿਨਸ਼ੀਲਤਾ ਦੇ ਨਾਲ और शिक्षा के साथ ਔਰ ਹਰ ਤਰ੍ਹਾਂ ਦੀ ਸਿੱਖਿਆ ਦੇ ਨਾਲ बुलाना दे। ਇਹਨਾਂ ਨੂੰ ਲਾਮਾ ਦੇ। ਕਿਹਾ ਇਹਨਾਂ ਨੂੰ ਪਰਮੇਸ਼ਵਰ ਦਾ ਵਚਨ ਸੁਣਾ ਵੀ ਤੁਸੀਂ ਆ ਗਲਤ ਕਰਦੇ, ਇਸ ਚੀਜ਼ ਦਾ ਲਾਮਾ ਦੇਣਾ ਵਾ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਚੱਲਣਾ ਵਾ। ਤੇ ਇਹ ਜਦੋਂ ਅਸੀਂ ਪਰਮੇਸ਼ਵਰ ਦੇ ਵਚਨਾਂ ਦੇ ਵਿੱਚ ਚੱਲਦੇ ਆ, ਪਰਮੇਸ਼ਵਰ ਦੇ ਵਿੱਚ ਅਸੀਂ ਰਹਿੰਦੇ ਆ, ਪਰਮੇਸ਼ਵਰ ਦੇ ਵਿੱਚ ਜਦੋਂ ਅਸੀਂ ਆਉਂਦੇ ਆ ਤੇ ਪਰਮੇਸ਼ਵਰ ਦੇ ਵਿੱਚ ਚੱਲਦੇ ਚੱਲਦੇ ਇਹ ਸਾਨੂੰ ਪਰਮੇਸ਼ਵਰ ਦਾ ਵਚਨ ਸੁਣਾਉਣਾ ਜਦੋਂ ਆ ਜਾਂਦਾ ਵਾ, ਤੇ ਸਾਨੂੰ ਕੀ ਆ, ਪਰਮੇਸ਼ਵਰ ਦਾ ਵਚਨ ਜੋ ਅਸੀਂ ਵੇਖਿਆ, ਜੋ ਅਸੀਂ ਸੁਣਿਆ, ਤੇ ਅਸੀਂ ਸੁਣਾਉਣਾ ਦੂਸਰਿਆਂ ਨੂੰ, ਅਸੀਂ ਦੱਸਣਾ ਵਾ। ਤੇ ਪਰਮੇਸ਼ਵਰ ਦਾ ਵਚਨ ਇਹ ਸ਼ਕਤੀਸ਼ਾਲੀ ਵਚਨ ਆ। ਔਰ ਜਦੋਂ ਪਰਮੇਸ਼ਵਰ ਦਾ ਵਚਨ ਸਾਡੇ ਦਿਲ 'ਚ ਸਾਡੇ ਦਿਮਾਗ 'ਚ ਉਤਰਦਾ ਵਾ ਤੇ ਇਹ ਕਦੀ ਵੀ ਖਾਲੀ ਨਹੀਂ ਮੁੜਦਾ। ਜਦੋਂ ਪਰਮੇਸ਼ਵਰ ਦੇ ਵਚਨ ਨੇ ਕਿਸੇ ਦੇ ਬਾਰੇ ਕਹਿ ਦਿੱਤਾ ਉਹ ਪੂਰਾ ਹੋਏਗਾ। ਅਗਰ ਅਸੀਂ ਬਾਈਬਲ 'ਚ ਪੜ੍ਹੀਏ ਬਹੁਤ ਸਾਰੀਆਂ ਕਹਾਣੀਆਂ ਵਾ ਜਿਹੜਾ ਆਦਮੀ ਨੂੰ ਚੇਤਾ ਹੀ ਨਹੀਂ ਸੀ, ਪਰ ਪਰਮੇਸ਼ਵਰ ਨੇ ਵਚਨ ਦਿੱਤਾ ਤੇ ਤੁਰੰਤ ਹੀ ਪੂਰਾ ਹੋ ਗਿਆ। ਮੈਂ ਅੱਗੇ ਵੀ ਦੱਸਿਆ ਸੀ, ਜਿੰਨਾ ਚਿਰ ਸਾਡੇ ਅੰਦਰ ਪਰਮੇਸ਼ਵਰ ਦਾ ਵਚਨ ਨਹੀਂ ਆ ਅਸੀਂ ਪੂਰੇ ਨਹੀਂ ਗੇ। ਜਿੰਨਾ ਚਿਰ ਸਾਡੇ ਅੰਦਰ ਪਰਮੇਸ਼ਵਰ ਦਾ ਵਚਨ ਨਹੀਂ ਆ ਅਸੀਂ ਜੀਂਦੇ ਤੇ ਹਾਂ, ਪਰ ਅਸੀਂ ਮਰੇ ਹੋਏ ਆ, ਸਿਰਫ ਇੱਕ ਲਾਸ਼ ਦੀ ਤਰ੍ਹਾਂ ਚੱਲ ਰਹੇ ਹਾਂ। ਤੇ ਇਸੇ ਤਰ੍ਹਾਂ ਹੀ ਅਗਰ ਅਸੀਂ ਚਾਹੁੰਦੇ ਅਸੀਂ ਪੂਰੇ ਹੋਈਏ ਤੇ ਅਸੀਂ ਕੀ ਆ, ਪਰਮੇਸ਼ਵਰ ਦੇ ਵਚਨ ਦੇ ਵਿੱਚ ਸਾਨੂੰ ਰਹਿਣਾ ਪਏਗਾ। ਪਰਮੇਸ਼ਵਰ ਦਾ ਵਚਨ ਅਗਰ ਯਾਕੂਬ ਦੀ ਕਿਤਾਬ ਪੜ੍ਹੀਏ, ਕਹਿੰਦਾ ਜਿਹੜਾ ਆਦਮੀ ਪਰਮੇਸ਼ਵਰ ਦੇ ਵਚਨਾਂ ਨੂੰ ਸੁਣਦਾ ਵਾ ਔਰ ਸੁਣ ਕੇ ਤੇ ਉਹਨੂੰ ਪੂਰਾ ਨਹੀਂ ਕਰਦਾ ਤੇ ਉਹ ਆਦਮੀ ਆਪਣੇ ਆਪ ਨੂੰ ਧੋਖਾ ਦਿੰਦਾ ਹੈ। ਪਰਮੇਸ਼ਵਰ ਦਾ ਵਚਨ ਇੱਕ ਸ਼ੀਸ਼ੇ ਦੀ ਤਰ੍ਹਾਂ ਸਾਡੇ ਜੀਵਨ ਦੇ ਵਿੱਚ
ਕੰਮ ਕਰਦਾ ਵਾ। ਜਿਵੇਂ ਅਸੀਂ ਵੇਖਦੇ ਹਾਂ ਸ਼ੀਸ਼ੇ ਦੇ ਅੱਗੇ ਜਾਂਦੇ ਹਾਂ, ਕਿਉਂ ਸ਼ੀਸ਼ੇ ਦੇ ਅੱਗੇ ਜਾਂਦੇ ਹਾਂ? ਆਪਣੀਆਂ ਸਾਡੇ ਸਰੀਰ ਦੇ ਵਿੱਚ ਕਮੀਆਂ ਕੱਢਣ ਵਾਸਤੇ, ਕਿ ਮੇਰੇ ਕੱਪੜੇ ਤੇ ਕੋਈ ਦਾਗ ਤਾਂ ਨਹੀਂ ਲੱਗਾ, ਕਿ ਮੇਰੇ ਕੱਪੜੇ ਤੇ ਵੱਟ ਤਾਂ ਨਹੀਂ ਦਿਖਦੇ, ਕਿ ਮੇਰੀ ਟਾਈ ਸਹੀ ਲੱਗੀ ਹੋਈ ਆ, ਮੇਰੀ ਕੰਘੀ ਸਹੀ ਤਰ੍ਹਾਂ ਕੀਤੀ ਹੋਈ ਆ। ਤੇ ਜਿਵੇਂ ਅਸੀਂ ਸ਼ੀਸ਼ੇ ਦੇ ਅੱਗੇ ਜਾਂਦੇ ਹਾਂ ਆਪਣੀ ਬਾਹਰੀ ਕਮੀਆਂ ਕੱਢਣ ਲਈ, ਪਰਮੇਸ਼ਵਰ ਦਾ ਵਚਨ ਸਾਡੇ ਅੰਦਰ ਦੀਆਂ ਕਮੀਆਂ ਕੱਢਦਾ ਵਾ। ਪਰਮੇਸ਼ਵਰ ਦਾ ਵਚਨ ਦੱਸਦਾ ਵਾ ਕਿ ਇਸ ਜਗ੍ਹਾ ਤੇ ਗਲਤ ਆ। ਸਾਨੂੰ 10 ਆਗਿਆਵਾਂ ਦਿੱਤੀਆਂ ਗਈਆਂ ਨੇ। ਜਦੋਂ ਅੰਕਲ ਜੀ ਪਹਿਲੀ ਵਾਰੀ ਸਾਡੇ ਕੋਲ ਆਏ ਸੀ, ਮੈਂ ਇੱਕ ਗੱਲ ਕੀਤੀ ਸੀ ਕਿ ਅਗਰ ਵਾਈਟ ਕਲਰ ਦੀ ਪੱਟੀ ਜਿਹੜੀ ਹਰ ਮੈਦਾਨ ਦੇ 4 ਸਫੇਰੇ ਲੱਗੀ ਹੁੰਦੀ ਆ, ਉਸ ਵਾਈਟ ਕਲਰ ਦੀ ਪੱਟੀ ਤੋਂ ਅਗਰ ਕੋਈ ਖਿਲਾੜੀ ਬਾਹਰ ਚਲਾ ਜਾਵੇ ਤੇ ਕੀ ਹੋ ਜਾਂਦਾ? ਆਊਟ ਹੋ ਜਾਂਦਾ, ਉਸ ਲਾਈਨ ਚੋਂ ਬਾਹਰ ਹੋ ਗਿਆ। ਔਰ ਇਸੇ ਤਰ੍ਹਾਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਸਾਨੂੰ 10 ਆਗਿਆਵਾਂ ਦਿੱਤੀਆਂ ਗਈਆਂ ਨੇ। ਅਗਰ ਅਸੀਂ ਉਹਨਾਂ 10 ਆਗਿਆਵਾਂ ਦੇ ਵਿੱਚ ਨਹੀਂ ਰਹਿੰਦੇ, ਉਹਨਾਂ 10 ਆਗਿਆਵਾਂ ਚੋਂ ਬਾਹਰ ਨਿਕਲ ਜਾਂਦੇ ਆ ਤੇ ਅਸੀਂ ਆਊਟ ਹੋ ਜਾਂਦੇ ਆ। ਉਹ 10 ਆਗਿਆਵਾਂ ਜਿਹੜੀਆਂ ਸਾਡੇ ਸਰੀਰ ਦੇ ਅੰਦਰੋਂ ਕਮੀਆਂ ਕੱਢਦੀਆਂ ਨੇ। ਤੇ ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਔਰ ਬਰਕਤ ਦੇ ਔਰ ਤੁਹਾਡੇ ਸਾਰਿਆਂ ਦੀ ਰੱਖਿਆ ਕਰੇ।